प्यारे वीरो, जय भीम, जय भारत, नमो बुद्धा। अज असी 4 अप्रैल ਨੂੰ बाबा साहब के जन्मदिन ਨੂੰ समर्पित चौथे भाग की चर्चा करांगे। जिस तरह मैं हमेशा कहा है और हुण भी ये कह के चलिया हाँ कि जदों तक तुसी पिछले समय दियां समाजिक परिस्थितियां नूं, संघर्ष दियां जड़ां नूं और विरोधी दे हर कदम नूं नहीं जान लेंदे तो बाबा साहब के संघर्ष का सही निर्णय भी नहीं हो सकता। मेरा यतन है कि मैं थानू बाबा साहब दियां संघर्षमई हालतां दी जानकारी देण दे नाल नाल उन्हां हालतां बारे भी जानकारी दियां जिन्हां ने समाजिक संघर्ष दीयां जड़ां लाइयां और उन्हां हालतां दा जिक्र भी करां जिन्हां ने समाजिक संघर्ष के खिलाफ बिना रुके पूरा सोच समझ के अपना हो हल्ला जारी रखा। हुण तक मैं जिहड़ी तुहाडे सामने गल रखी वो ये है कि 1848 तो दादा साहब ज्योतिराव फूले का संघर्ष शुरू होता है, दादी माँ सवित्री बाई फूले का संघर्ष शुरू होता है और ये विद्या का संघर्ष है, ज्ञान का संघर्ष है। भगवान बुद्ध कहते हैं कि अज्ञानता दुखों का कारण है और दादा साहब ज्योतिराव फूले उसे गल नूं कहते हैं कि विद्या गई मती गई और गुरु रविदास उसे गल नूं कहते हैं माधो अविद्या हित कीन विवेक दीप मलीन कि गलत झूठी अते मनुख की दुश्मन विद्या का पिछा किया, उहदे नाल सरोकार रखा और उन्हें साडी विद्या मलीन कर दी। विद्या गई मती गई भाव जदों ज्ञान चला गया, सोझी चली गई, मन दियां अखां मुंदियां गईयां, तीजा नेत्र बंद हो गया तो मत भी चली गई। सोचण समझ वाली गल ही नहीं रही। और ये भगवान बुद्ध की इस गल का जिहड़ा विश्लेषण है कि अज्ञानता ही दुखों का कारण है। किसी मनुख का अज्ञानी होना, हनेरे च होना, गलत रस्ते ते चलना, झूठ आधारित रस्तियां नूं मलना, झूठियां इछावां लेके चलना और नेरे दे विच तलवारां मारना, उहे जे रस्ते फड़ लेने जिहड़े किते ना पहुंचण, जिहड़े जंगल विच घेर के रखण, इनू अज्ञानता कहते हैं, इनू अविद्या कहते हैं, इनू मतहीनता कहते हैं। क्योंकि असीं उस हनेरे चों निकलना है, असीं उस मतहीनता चों निकलना है, असीं उस अज्ञानता चों निकल के
ਰੋਸ਼ਨੀ 'ਚ ਆਉਣਾ ਹੈ, ਤਾਂ ਫਿਰ ਸਾਨੂੰ ਜਿਨ੍ਹਾਂ ਹਾਲਤਾਂ ਦਾ ਅਸੀਂ ਜ਼ਿਕਰ ਕਰ ਰਹੇ ਹਾਂ ਉਸ ਵੇਲੇ ਦੇ ਹਰ ਤਰ੍ਹਾਂ ਦੇ ਹਾਲਤਾਂ ਦਾ ਵਰਣਨ ਕਰਨਾ ਜ਼ਰੂਰੀ ਹੋਏਗਾ। ਮੇਰੇ ਵੀਰੋ, ਅਸੀਂ ਦਾਦਾ ਸਾਹਿਬ ਜੋਤੀ ਰਾਓ ਫੁੱਲੇ, ਦਾਦੀ ਮਾਂ ਸਵਿਤਰੀ ਬਾਈ, ਸ਼ਾਹੂ ਮਹਾਰਾਜ ਤੇ ਬਾਬਾ ਸਾਹਿਬ ਅੰਬੇਡਕਰ ਦੇ ਸੰਘਰਸ਼ ਨੂੰ ਲਗਾਤਾਰ ਲੜੀ ਵਿੱਚ ਜੋੜ ਕੇ ਚੱਲ ਰਹੇ। ਬਹੁਤ ਸਾਰੇ ਲੋਕ ਸਾਡੇ ਨਹੀਂ ਜਾਣਦੇ ਕਿ ਦਾਦਾ ਸਾਹਿਬ ਨੇ ਇੱਕ ਬਹੁਤ ਵੱਡੀ ਗੱਲ ਕਹੀ। ਜੇ ਸਹੀ ਕਹੀਏ ਤਾਂ ਬ੍ਰਾਹਮਣ ਆਰੀਆ ਹਨ, ਬ੍ਰਾਹਮਣ ਵਿਦੇਸ਼ੀ ਹਨ, ਬ੍ਰਾਹਮਣ ਬਾਹਰੋਂ ਆਏ, ਔਰ ਜਿਹੜੇ ਇਹਨਾਂ ਦੇ ਅਵਤਾਰ ਹੈ ਉਹਨਾਂ ਨੇ ਭਾਰਤ ਨੂੰ, ਸਿੰਧੂ ਭਾਰਤ ਨੂੰ ਜਿੱਤਿਆ ਔਰ ਦੇਸ਼ ਦੇ ਮੂਲ ਵਾਸੀਆਂ ਨੂੰ ਗੁਲਾਮ ਬਣਾਇਆ। ਇਤਿਹਾਸ ਦਾ ਇਹ ਵਰਕਾ ਬਹੁਤ ਦੇਰ ਬਾਅਦ ਸਾਹਮਣੇ ਆਇਆ। ਇਹ ਕਿਵੇਂ ਆਇਆ ਇਹ 'ਤੇ ਚਰਚਾ ਨਹੀਂ ਕਰਾਂਗੇ, ਪਰ ਜੋਤੀ ਰਾਓ ਫੂਲੇ ਇਸ ਇਤਿਹਾਸ ਨੂੰ ਬਾਹਰ ਲੈ ਕੇ ਆਏ ਔਰ ਨਾਲ ਹੀ ਉਹਨਾਂ ਨੇ ਇਹ ਗੱਲ ਕਹੀ ਕਿ ਅੰਗਰੇਜ਼ੀ ਸ਼ਾਸਨ ਤੁਹਾਡੇ ਲਈ ਬਹੁਤ ਲਾਹੇਵੰਦ ਹੈ। ਇਸ ਦੇ ਹੁੰਦਿਆਂ ਤੁਸੀਂ ਵਿਦੇਸ਼ੀ ਬ੍ਰਾਹਮਣ ਦੀ ਗੁਲਾਮੀ ਤੋਂ ਛੁਟਕਾਰਾ ਪਾ ਸਕਦੇ ਹੋ, ਤਾਂ ਤੁਹਾਨੂੰ ਅੰਗਰੇਜ਼ ਦੇ ਹੁੰਦਿਆਂ ਛੁਟਕਾਰਾ ਪਾ ਜਾਣਾ ਚਾਹੀਦਾ ਹੈ। ਇਹ ਬਹੁਤ ਹੀ ਮਹੱਤਵਪੂਰਨ ਗੱਲ ਸੀ। ਅਸੀਂ ਜਿਹੜੇ ਅੰਬੇਡਕਰ ਮਿਸ਼ਨ ਨਾਲ ਜੁੜੇ ਹੋਏ ਲੋਕ ਹੈ, ਅਸੀਂ 99% ਕਦੇ ਇਸ ਗੱਲ ਦਾ ਜ਼ਿਕਰ ਨਹੀਂ ਕਰਦੇ ਕਿ ਦਾਦਾ ਸਾਹਿਬ ਨੇ ਕਿਹਾ ਕਿ ਅੰਗਰੇਜ਼ੀ ਸ਼ਾਸਨ ਇੱਕ ਐਸਾ ਸ਼ਾਸਨ ਹੈ ਜਿਹਦੇ 'ਚ ਦਇਆਵਾਨ ਲੋਕ ਵੀ ਬਹੁਤ ਹੈ, ਔਰ ਇਸ ਸ਼ਾਸਨ ਦੇ ਹੁੰਦਿਆਂ ਤੁਸੀਂ ਵਿਦੇਸ਼ੀ ਆਰੀਆਂ ਤੋਂ, ਬ੍ਰਾਹਮਣਵਾਦ ਤੋਂ, ਊਚ ਨੀਚ ਤੋਂ ਮੁਕਤੀ ਹਾਸਲ ਕਰ ਸਕਦੇ ਹੋ। ਔਰ ਉਹਨਾਂ ਨੇ ਇੱਕ ਹੋਰ ਗੱਲ ਕਹੀ ਕਿ ਅੰਗਰੇਜ਼ ਦਾ ਰਾਜ ਵੀ ਸਦਾ ਨਹੀਂ ਰਹਿਣਾ, ਇੱਕ ਦਿਨ ਇਹਨੇ ਵੀ ਚਲੇ ਜਾਣਾ ਹੈ। ਤਾਂ ਤੁਹਾਡੇ ਫਾਇਦੇ ਦੀ ਗੱਲ ਇਹੀ ਹੈ ਕਿ ਅੰਗਰੇਜ਼ਾਂ ਦੇ ਹੁੰਦਿਆਂ ਬ੍ਰਾਹਮਣ ਤੋਂ ਮੁਕਤੀ ਹਾਸਲ ਕਰ ਲਓ। ਜਦੋਂ ਇਹ ਗੱਲ ਦਾਦਾ ਸਾਹਿਬ ਨੇ ਕਹੀ ਔਰ ਫਿਰ ਲਿਖੀ, ਸਾਡੇ ਲੋਕਾਂ ਨੇ ਤਾਂ ਇਹ ਸਮਝੀ ਨਹੀਂ। ਸਾਡਾ ਸਮਾਜ ਤਾਂ ਦਾਦੀ ਮਾਂ ਦੇ ਸਿਰ ਚਿੱਕੜ ਪਾਉਂਦਾ ਰਿਹਾ, ਉਹਨੂੰ ਰੋੜੇ ਵੱਟੇ ਮਾਰਦਾ ਰਿਹਾ ਔਰ ਉਹਨੂੰ ਕਲਸ਼ਣੀ ਕਹਿੰਦਾ ਰਿਹਾ, ਉਲਟਾ ਕਹਿੰਦਾ ਰਿਹਾ। ਬਾਈਕਾਟ ਬਹੁਤ ਸਾਰੇ ਲੋਕਾਂ ਨੂੰ ਨਹੀਂ ਪਤਾ ਕਿ ਮਾਲੀ ਸੈਣੀ ਜਾਤੀ ਨੇ ਦਾਦਾ ਸਾਹਿਬ ਜੋਤੀ ਰਾਓ ਫੂਲੇ ਦਾ ਬਾਈਕਾਟ ਪੂਰੇ 100 ਸਾਲ ਤੱਕ ਜਾਰੀ ਰੱਖਿਆ। ਜਾਨੀ 1848 ਦਾ ਬਾਈਕਾਟ ਕੀਤਾ ਸੀ ਜਿਹੜਾ, ਉਹ 1947 ਤੱਕ ਜਾਰੀ ਰਿਹਾ। ਸਾਡੀ ਬਦਦਮਾਗੀ ਦੀ ਹੱਦ ਦੇਖੋ ਤੁਸੀਂ। ਤੇ ਸਾਡੀ ਦੂਜੀ ਬਦਦਮਾਗੀ ਇਹ ਹੈ ਕਿ ਜਿਹੜੇ ਆਪਣੇ ਆਪ ਨੂੰ ਅੰਬੇਡਕਰੀ ਕਹਾਉਂਦੇ ਆ, ਮਿਸ਼ਨਰੀ ਕਹਾਉਂਦੇ ਆ, ਜਿਹੜੇ ਜੋਤੀ ਰਾਓ ਫੂਲੇ ਦੇ ਨਾਂ ਤੇ ਸੰਗਠਨ ਪੈਦਾ ਕਰਕੇ ਜਿੰਦਾਬਾਦ ਮੁਰਦਾਬਾਦ ਕਰਦੇ ਆ, ਉਹਨਾਂ ਲੋਕਾਂ ਨੂੰ ਨਹੀਂ ਪਤਾ ਕਿ ਦਾਦਾ ਸਾਹਿਬ ਦੀ ਜਾਤ ਨੇ ਵੀ ਉਹਨਾਂ ਦਾ ਬਾਈਕਾਟ ਕੀਤਾ ਔਰ ਬ੍ਰਾਹਮਣ ਨੇ ਬਾਈਕਾਟ ਕਰਵਾਇਆ। ਔਰ ਉਹ ਬਾਈਕਾਟ ਦਹਾਕਿਆਂ ਤੱਕ ਜਾਰੀ ਰਿਹਾ। ਕਿਉਂ? ਕਿਉਂਕਿ ਬ੍ਰਾਹਮਣ ਜਾਣਦਾ ਸੀ ਕਿ ਜਿਸ ਰਸਤੇ ਤੇ ਜੋਤੀ ਰਾਓ ਫੂਲੇ ਤੁਰ ਪਏ ਆ, ਜਿਸ ਰਸਤੇ ਤੇ ਸਵਿਤਰੀ ਬਾਈ ਤੁਰ ਪਈ ਹੈ, ਇਹ ਰਸਤਾ ਬ੍ਰਾਹਮਣਵਾਦ ਦੇ ਕਫਨ ਦੇ ਬਰਾਬਰ ਹੈ। ਇਹ ਕਫਨ ਪਾ ਦੇਗਾ ਬ੍ਰਾਹਮਣਵਾਦ ਦੇ ਉੱਤੇ। ਤਾਂ ਉਹਨਾਂ ਨੇ ਆਪਣਾ ਇੱਕ ਰਸਤਾ ਚੁਣਿਆ। ਮੈਂ ਤੁਹਾਨੂੰ
ਉਸੇ ਵੇਲੇ ਦੀ ਦੂਸਰੀ ਘਟਨਾ ਦੱਸਣਾ ਚਾਹੂੰਗਾ ਕਿ 1848 ਚ ਦਾਦਾ ਸਾਹਿਬ ਜੋਤੀ ਰਾਓ ਫੂਲੇ ਨੇ ਸਮਾਜਿਕ ਮੁਕਤੀ ਦਾ ਸੰਦੇਸ਼ ਲਿਖਿਆ ਔਰ ਲੋਕਾਂ ਨੂੰ ਦਿੱਤਾ। ਜਾਨੀ ਬ੍ਰਾਹਮਣਵਾਦ ਤੋਂ, ਵਿਦੇਸ਼ੀ ਆਰੀਆਂ ਤੋਂ ਮੁਕਤੀ ਦਾ ਜਿਹੜਾ ਪੈਗਾਮ ਹੈ ਉਹ ਦਾਦਾ ਸਾਹਿਬ ਨੇ ਲੋਕਾਂ ਨੂੰ ਦਿੱਤਾ, ਲਿਖਿਆ ਵੀ, ਪੜ੍ਹਾਇਆ ਵੀ ਲੋਕਾਂ ਨੂੰ, ਸਿਖਾਇਆ ਵੀ ਲੋਕਾਂ ਨੂੰ। ਇਹ ਸਮਾਜਿਕ ਊਚ ਨੀਚ ਦੇ ਵਿੱਚੋਂ ਖਹਿੜਾ ਛੁਟਾਉਣ ਦਾ ਇੱਕ ਬਹੁਤ ਵੱਡਾ ਸੰਕਲਪ 1848 ਚ ਦਾਦਾ ਸਾਹਿਬ ਨੇ ਲਿਆ। ਔਰ ਅਸੀਂ ਬਹੁਤ ਸਾਰੇ ਲੋਕ ਨਹੀਂ ਜਾਣਦੇ ਕਿ 1848 ਵਿੱਚ ਹੀ ਇੰਗਲੈਂਡ ਦੀ ਧਰਤੀ ਦੇ ਉੱਤੇ ਇੱਕ ਮਹਾਨ ਚਿੰਤਕ ਕਾਰਲ ਮਾਰਕਸ ਨੇ ਤੇ ਐਂਜਲ ਨੇ ਆਰਥਿਕਤਾ ਦਾ ਸਿਧਾਂਤ ਘੜਿਆ ਕਿ ਆਰਥਿਕ ਤੌਰ ਤੇ ਗਰੀਬ ਲੋਕ, ਲਾਚਾਰ ਲੋਕ, ਮਜਬੂਰ ਲੋਕ, ਬੇਵਸ ਲੋਕ ਜ਼ਿੰਦਗੀ ਭਰ ਗੁਲਾਮੀ ਕੱਟਦੇ ਆ, ਕਿਉਂਕਿ ਉਹਨਾਂ ਦੀ ਕਮਾਈ ਦਾ 90% ਭਾਗ ਜਿਹੜਾ ਉਹ ਪੂੰਜੀਪਤੀ ਲੈ ਜਾਂਦੇ ਆ, ਤਾਕਤਵਰ ਲੋਕ ਖੋ ਕੇ ਲੈ ਜਾਂਦੇ ਆ। ਦੁਨੀਆ ਦੇ ਗਰੀਬ ਲੋਕ ਰੋਟੀ ਲਈ ਜਿਉਂਦੇ ਆ ਔਰ ਉਹ ਰੋਟੀ ਕੱਪੜੇ ਲਈ ਜ਼ਿੰਦਗੀ ਭਰ ਗੁਲਾਮੀ ਕਰਦੇ ਰਹਿੰਦੇ ਆ। ਇਹ ਆਰਥਿਕ ਦਾ ਸਿਧਾਂਤ 1848 ਚ ਇੰਗਲੈਂਡ ਦੇ ਵਿੱਚ ਕਾਰਲ ਮਾਰਕਸ ਤੇ ਐਂਜਲ ਨੇ ਲਿਖਣਾ ਸ਼ੁਰੂ ਕੀਤਾ। ਇਹ ਉਹੀ ਸਮਾਂ ਹੈ ਜਦੋਂ ਦਾਦਾ ਸਾਹਿਬ ਨੇ ਕਿਹਾ ਕਿ ਅੰਗਰੇਜ਼ਾਂ ਦੇ ਰਾਜ 'ਚ ਜਿੰਨੀ ਜਲਦੀ ਹੋ ਸਕਦਾ ਹੈ ਸ਼ੂਦਰਾਂ ਨੂੰ ਬ੍ਰਾਹਮਣ ਆਰੀਆਂ ਦੀ ਗੁਲਾਮੀ ਤੋਂ ਮੁਕਤ ਹੋ ਜਾਣਾ ਚਾਹੀਦਾ ਹੈ ਔਰ ਭਾਰਤ ਨੂੰ ਬ੍ਰਾਹਮਣਾਂ ਤੋਂ ਮੁਕਤ ਕਰ ਦੇਣਾ ਚਾਹੀਦਾ ਹੈ। ਇਹ ਸਿਧਾਂਤ ਦਾਦਾ ਸਾਹਿਬ ਨੇ 1848 ਚ ਦਿੱਤਾ। ਤੇ ਤੀਜੀ ਗੱਲ ਮੈਂ ਇਹਦੇ ਚ ਹੋਰ ਜੋੜ ਦਿਆਂ ਕਿ ਇਹੀ ਉਹ ਸਮਾਂ ਹੈ ਜਦੋਂ ਪੰਜਾਬ ਦੇ ਵਿੱਚ ਸਿੱਖ ਲਹਿਰ ਜਿਹੜੀ ਹੈ ਉਹਦੇ ਵਿੱਚ ਜਾਨੀ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਖਤਮ ਹੁੰਦਾ ਹੈ 1848 ਚ। ਇਹ ਯਾਦ ਰੱਖਣਾ ਹੈ। 1848 ਚ ਆਰਥਿਕਤਾ ਦਾ ਸਿਧਾਂਤ ਕਾਰਲ ਮਾਰਕਸ ਲਿਖਦੇ ਆ। 1848 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸਿੱਖ ਰਾਜ ਖਤਮ ਹੁੰਦਾ ਹੈ ਤੇ 1848 ਦੇ ਵਿੱਚ ਹੀ ਦਾਦਾ ਸਾਹਿਬ ਜੋਤੀ ਰਾਓ ਫੂਲੇ ਭਾਰਤ ਨੂੰ ਬ੍ਰਾਹਮਣ ਤੋਂ ਮੁਕਤ ਕਰਨ ਦਾ ਸਿਧਾਂਤ ਪੇਸ਼ ਕਰਦੇ ਆ। ਔਰ 1848 ਵਿੱਚ ਹੀ ਇੱਕ ਔਰਤ ਭਾਰਤ ਦੀ ਜਿਹਦਾ ਨਾਮ ਸਵਿਤਰੀ ਬਾਈ ਫੂਲੇ ਹੈ, ਉਹ ਭਾਰਤ ਦੀਆਂ ਦਬੀਆਂ ਕੁਚਲੀਆਂ ਜਾਤੀਆਂ ਦੀਆਂ ਤੇ ਉੱਚੀ ਜਾਤੀਆਂ ਦੀਆਂ ਕੁੜੀਆਂ ਨੂੰ ਪੜ੍ਹਾਉਣ ਦਾ ਕੰਮ ਸ਼ੁਰੂ ਕਰਦੀ ਹੈ। ਅਗਰ ਤੁਸੀਂ ਇਹ ਗੱਲ ਨਹੀਂ ਜਾਣਦੇ ਤਾਂ ਤੁਸੀਂ ਸੰਸਾਰ ਦੇ ਇਨਕਲਾਬਾਂ ਦੀ ਬੁਨਿਆਦ ਜਿਹੜੀ ਹੈ ਉਹਨੂੰ ਨਾ ਸਮਝ ਕੇ ਇੱਕ ਕਮਜ਼ੋਰ ਕਿਸਮ ਦਾ ਵਿਚਾਰ ਲੋਕਾਂ ਨੂੰ ਦਿਓਗੇ। ਔਰ ਮੈਂ ਸਿੱਖ ਰਾਜ ਦੇ ਖਾਤਮੇ ਦੀ ਗੱਲ ਇਸ ਕਰਕੇ ਕੀਤੀ ਹੈ ਕਿ ਸਿੱਖ ਰਾਜ ਦੇ ਖਾਤਮਾ ਹੋਣ ਤੋਂ ਬਾਅਦ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਉੱਤੇ ਔਰ ਪੰਜਾਬ ਦੇ ਉੱਤੇ ਜਿੱਥੇ ਅੰਗਰੇਜ਼ਾਂ ਦਾ ਕਬਜ਼ਾ ਹੁੰਦਾ ਹੈ ਉੱਥੇ ਦਰਬਾਰ ਸਾਹਿਬ ਦੇ ਉੱਤੇ ਧਰਮ ਦੇ ਉੱਤੇ, ਸਿੱਖ ਧਰਮ ਦੇ ਉੱਤੇ ਬ੍ਰਾਹਮਣਾਂ ਦਾ ਕਬਜ਼ਾ ਹੋ ਜਾਂਦਾ ਹੈ। ਇਹਦੇ ਬਾਵਜੂਦ ਵੀ ਇਹੀ ਉਹ ਪੀਰੀਅਡ ਹੈ ਜਦੋਂ ਪੰਜਾਬ ਦੇ ਅੰਦਰ ਫਿਰ ਸਿੱਖ ਲਹਿਰ ਸਰਜੀਤ ਹੁੰਦੀ ਹੈ ਔਰ ਉਸ ਸਿੱਖ ਲਹਿਰ ਨੂੰ ਸਰਜੀਤ ਕਰਨ ਵਾਲੇ ਦੋ ਮਨੁੱਖ ਪ੍ਰੋਫੈਸਰ ਗਿਆਨੀ ਦਿੱਤ ਸਿੰਘ ਔਰ ਪ੍ਰੋਫੈਸਰ ਗੁਰਮੁਖ ਸਿੰਘ ਦੋਨੇ ਦਲਿਤ ਹੈ ਪੰਜਾਬ ਦੇ।
इन्हां दी कहानी अगे जुड़ूगी जाके। 1873 ਦੇ ਨਾਲ ਜਾ ਕੇ ਇਹਨੇ ਜੁੜ ਜਾਣਾ ਹੈ। ਜਦੋਂ ਭਾਰਤ ਦੇ ਵਿੱਚ ਨੋਟ ਕਰਨ ਵਾਲੀ ਗੱਲ ਹੈ ਕਿ ਭਾਰਤ ਦੇ ਵਿੱਚ ਦੋ ਦਲਿਤ ਗਿਆਨੀ ਦਿੱਤ ਸਿੰਘ ਔਰ ਪ੍ਰੋਫੈਸਰ ਗੁਰਮੁਖ ਸਿੰਘ ਭਾਰਤ 'ਚ ਪਹਿਲੀ ਵਾਰ ਦੋਨੇ ਦਲਿਤ ਇੱਕ ਅੰਗਰੇਜ਼ੀ ਕਾਲਜ ਦੇ ਪ੍ਰੋਫੈਸਰ ਬਣਦੇ ਆ। ਇਹ ਰਿਕਾਰਡ ਨੋਟ ਕਰਨਾ ਚਾਹੀਦਾ। ਜਾਨੀ 3 ਕ੍ਰਾਂਤੀਆਂ ਦਾ ਜ਼ਿਕਰ ਕਰ ਰਿਹਾ ਮੈਂ। ਇੱਕ ਮਹਾਰਾਸ਼ਟਰ 'ਚੋਂ ਕ੍ਰਾਂਤੀ ਉੱਠਦੀ ਹੈ, ਦੂਜੀ ਕ੍ਰਾਂਤੀ ਇੰਗਲੈਂਡ 'ਚੋਂ ਕਾਰਲ ਮਾਰਕਸ ਦੀ ਉੱਠਦੀ ਹੈ, ਔਰ ਤੀਜੀ ਕ੍ਰਾਂਤੀ ਪੰਜਾਬ ਦੇ ਵਿੱਚੋਂ ਪ੍ਰੋਫੈਸਰ ਗੁਰਮੁਖ ਸਿੰਘ ਔਰ ਪ੍ਰੋਫੈਸਰ ਗਿਆਨੀ ਦਿੱਤ ਸਿੰਘ ਤੇ ਉਹਨਾਂ ਦੇ ਸਾਥੀ ਖੜੀ ਕਰਦੇ ਆ। ਅੰਗਰੇਜ਼ੀ ਸ਼ਾਸਨ ਦੇ ਦੌਰਾਨ अंग्रेजी कॉलेज के प्रोफैसर बन तो बाद जानी भारत दे विच पहली बार दो दलित प्रोफैसर बनते हैं अंग्रेजी कॉलेज दे। यह इतिहास भारत का जिहड़ा सब तो विशेष इतिहास है। हुण तुसीं इत्थों ब्राह्मण नूं माइनस कर दोगे तो मार खाओगे। इस सारी स्थिति नूं वाचिया गया, इस सारी स्थिति का मुकाबला किया गया। तो मित्रों ये नोट कर लो कि दादा साहब ज्योतिराव फुले ने अपने आप नूं भारत के बहुजन वास्ते, मूल निवासियों वास्ते इस कदर समर्पित कर दिता, इस कदर समर्पित कर दिता कि ब्राह्मणों ने जिहड़े उन्हां दे नाल चले या उन्हां दे आले दुआले उन्हां ते हमला करते रहे, उन्हां दे करके दादा साहब की मूवमेंट जिहड़ी है, लहर है जिहड़ी वो कमज़ोर पै गई। 20 साल बाद, 20-30 साल बाद कमज़ोर पै गई और ब्राह्मणों ने ही उन्होंने धक्का लाया। ये गल दादा साहब ने लिखी है कि ब्राह्मणों ते कदे भरोसा नहीं करना। और एक इत्थों तक लिखा गया वाक मेरे याद आ रहा है कि अपनी अर्थी नूं भी ब्राह्मण तो बचा के रखना। जानिए साडे पुरखों का लिखा होया है कि अपनी अर्थी नूं भी हथ नहीं लाउण देना। ये एडे खतरनाक लोग है। और उन्होंने ये भी कहा कि जिहड़े चंगे लोग है उन्होंने चंगाई भी एक हद तो अगे नहीं जाती। जिथे उन्होंने समाजिक व्यवस्था जिहड़ी उन्होंने जात पाती व्यवस्था है उन्होंने खतरा पैदा हो जाता है, वो थोड़े नाल खड़े नहीं रहिंदे। और इन्हां हालतां करके दादा साहब नूं और दादी मां सवित्री बाई नूं जानी रोटी खाण दे लाले पै गए और उन्होंने किसी दूसरिया संस्थावां जाके सिर्फ अपना रोटी पानी गुजारा करने वास्ते उन्होंने संस्था च काम करना पिया, उजरत ते काम करना पिया, मजदूरी करनी पई। जिन्हां लोकां नूं इन्हां गल्लां दा नहीं पता वो अपने पुरखियां दा दर्द किवें जान के वो किवें समझणगे कि साडी खातर लड़न वाले आ जिहड़े वो कोई सोने दीयां कुर्सियां ते नहीं बैठे, वो चांदी दे पलंघां ते नहीं सुते, उन्हां नूं तां रोटी दे लाले भी पै रहे। दे विच एक होर कांड वापरदा है। दादा साहब ज्योतिराव फुले दी गुलामगिरी 1873 च छपदी है। ये नोट कर लो कि दादा साहब ज्योतिराव फुले का जिहड़ा इतिहास
ਜਾਂ ਬ੍ਰਾਹਮਣਵਾਦ ਦੇ ਖਿਲਾਫ ਇੱਕ ਵਿਚਾਰਧਾਰਾ ਉਹ 1873 ਦੇ ਵਿੱਚ ਬਤੌਰ ਗੁਲਾਮਗਿਰੀ ਛਪਦੀ ਹੈ। ਤੇ ਜਦੋਂ ਇਹ ਬਤੌਰ ਗੁਲਾਮਗਿਰੀ ਛਪਦੀ ਹੈ ਤਾਂ ਉਸੇ ਸਮੇਂ ਗੁਜਰਾਤ ਦਾ ਬ੍ਰਾਹਮਣ ਦਇਆਨੰਦ ਸਰਸਵਤੀ 90 ਦੇ ਕਰੀਬ ਖੱਤਰੀਆਂ ਤੇ ਵੈਸ਼ਾਂ ਨਾਲ ਬੈਠ ਕੇ ਬੰਬੇ ਦੇ ਵਿੱਚ ਮੀਟਿੰਗ ਕਰਦਾ ਹੈ। ਉਹਦੇ ਚ ਹੋਰ ਲੋਕ ਕਿੰਨੇ ਆ, ਕੌਣ ਕੌਣ ਹੈ, ਇਹਦਾ ਜ਼ਿਕਰ ਵੀ ਹੈ ਸਾਡੇ ਕੋਲ, ਇਹਦਾ ਰਿਕਾਰਡ ਹੈ ਸਾਡੇ ਕੋਲ ਕਿ 90 ਦੇ ਕਰੀਬ ਆਦਮੀ ਦਇਆਨੰਦ ਸਰਸਵਤੀ ਜਿਹੜਾ ਗੁਜਰਾਤ ਦਾ ਬ੍ਰਾਹਮਣ ਹੈ, ਉਹ ਗੁਜਰਾਤ ਜਿੱਥੇ ਗਾਂਧੀ ਪੈਦਾ ਹੋਇਆ, ਜਿਹਨੂੰ ਬਾਬਾ ਸਾਹਿਬ ਨੇ ਆਪਣਾ 1 ਨੰਬਰ ਦਾ ਦੁਸ਼ਮਣ ਕਿਹਾ ਹੈ, ਜਾਣੀ ਬਹੁਤ ਜਨਾਂ ਦਾ 1 ਨੰਬਰ ਦਾ ਦੁਸ਼ਮਣ ਕਿਹਾ ਹੈ ਬਾਬਾ ਸਾਹਿਬ ਨੇ, ਜਿੱਥੇ ਨਰਿੰਦਰ ਮੋਦੀ ਦਾ ਜਨਮ ਹੁੰਦਾ ਹੈ ਔਰ ਜਿੱਥੇ ਬਾਬਾ ਸਾਹਿਬ ਦੇ ਵਿਰੋਧੀ ਦੇ ਤੌਰ ਤੇ ਪੰਡਿਤ ਨਹਿਰੂ ਦੁਆਰਾ ਫਿੱਟ ਕੀਤੇ ਸਰਦਾਰ ਪਟੇਲ ਦਾ ਜਨਮ ਹੁੰਦਾ ਹੈ, ਉਸੇ ਜਗ੍ਹਾ ਤੇ ਦਇਆਨੰਦ ਸਰਸਵਤੀ ਜਨਮ ਲੈਂਦਾ ਹੈ। ਤੇ 90 ਆਦਮੀ ਖੱਤਰੀ ਤੇ ਵੈਸ਼ ਲੈ ਕੇ, ਬ੍ਰਾਹਮਣ ਖੱਤਰੀ ਵੈਸ਼ਾਂ ਨੂੰ ਤਿੰਨਾਂ ਨੂੰ ਲੈ ਕੇ ਬੰਬੇ ਦੇ ਵਿੱਚ ਮੀਟਿੰਗ ਕਰਦਾ ਹੈ ਔਰ ਮੀਟਿੰਗ ਦੇ ਵਿੱਚ ਮਤੇ ਪਾਸ ਕਰਨ ਤੋਂ ਬਾਅਦ ਆਰੀਆ ਸਮਾਜ ਦੀ ਨੀਂਹ ਰੱਖੀ ਜਾਂਦੀ ਹੈ। ਕਿਉਂ? ਇਹਦਾ ਕਾਰਨ ਕੀ ਹੈ? ਕਿਉਂਕਿ ਮਹਾਰਾਸ਼ਟਰ ਦੇ ਵਿੱਚ ਕੋਲਾਪੁਰ, ਪੂਨਾ, ਨਾਗਪੁਰ, ਇਸ ਧਰਤੀ ਦੇ ਉੱਤੇ ਸ਼ਾਹੂ ਮਹਾਰਾਜ ਜਿਹੜੇ 1887 ਨੂੰ ਗੱਦੀ ਤੇ ਬੈਠਦੇ ਆ ਔਰ 1848 ਜਦੋਂ ਭਾਰਤ ਦੇ ਬ੍ਰਾਹਮਣੀ ਵਿਵਸਥਾ ਦੇ ਖਿਲਾਫ ਲਹਿਰ ਖੜੀ ਹੁੰਦੀ ਹੈ ਜੋਤੀਰਾਓ ਫੂਲੇ ਦੀ, ਔਰ ਜਦੋਂ ਪੰਜਾਬ ਦੇ ਵਿੱਚ 2 ਦਲਿਤ ਸਿੱਖ ਹੈ ਜਿਹੜੇ ਉਹ ਬ੍ਰਾਹਮਣਵਾਦ ਤੋਂ ਸਿੱਖ ਧਰਮ ਨੂੰ ਮੁਕਤ ਕਰਾਉਣ ਦਾ ਸੰਘਰਸ਼ ਸ਼ੁਰੂ ਕਰਦੇ ਆ, ਉਸ ਵੇਲੇ ਜਦ ਦਾਦਾ ਸਾਹਿਬ ਦੀ ਗੁਲਾਮਗਿਰੀ ਪੁਸਤਕ ਛਪਦੀ ਹੈ, ਉਸ ਵੇਲੇ ਬੰਬੇ ਦੇ ਵਿੱਚ ਆਰੀਆ ਸਮਾਜ ਦੀ ਸਥਾਪਨਾ ਹੁੰਦੀ ਹੈ। ਇੱਕ ਤਰਫ ਬ੍ਰਾਹਮਣਵਾਦ ਦੇ ਖਿਲਾਫ ਮਹਾਰਾਸ਼ਟਰ ਦੀ ਮੂਵਮੈਂਟ ਖੜੀ ਹੁੰਦੀ ਹੈ ਔਰ ਦਲਿਤਾਂ ਦੀ ਸਿੱਖ ਲਹਿਰ ਵਿੱਚ ਲਹਿਰ ਖਤਮ ਹੁੰਦੀ ਖੜੀ ਹੁੰਦੀ ਹੈ। ਇੰਗਲੈਂਡ ਦੇ ਵਿੱਚ ਆਰਥਿਕ ਇਨਕਲਾਬ ਦੀ ਲਹਿਰ ਖੜੀ ਹੁੰਦੀ ਹੈ ਔਰ ਭਾਰਤ ਦੇ ਵਿੱਚ ਅੰਗਰੇਜ਼ ਆ ਜਿਹੜਾ ਉਹ ਦਲਿਤ ਲੋਕਾਂ ਨੂੰ ਬ੍ਰਾਹਮਣ ਦੇ ਬਰਾਬਰ ਖੜਾ ਕਰਨ ਦਾ ਯਤਨ ਕਰਦੇ ਆ। ਕਾਫੀ ਲੋਕ ਦਇਆਵਾਨ ਹੋਣ ਦੇ ਦਇਆਵਾਨ ਹੋਣ ਕਰਕੇ ਉਹ ਦਲਿਤਾਂ ਨੂੰ ਬਰਾਬਰ ਫੌਜ ਰਾਹੀਂ, ਪੁਲਿਸ ਰਾਹੀਂ ਜਾਂ ਹੋਰ ਕੋਈ ਢੰਗ ਤਰੀਕਿਆਂ ਨਾਲ ਬਰਾਬਰ ਖੜਾ ਕਰਦੇ ਆ। ਇਹ ਸਾਰੀ ਲਹਿਰ ਨੂੰ ਜਿਹੜੀ ਬ੍ਰਾਹਮਣਵਾਦ ਦੇ ਖਿਲਾਫ ਹੈ, ਇਹਨੂੰ ਬਚਾਉਣ ਵਾਸਤੇ ਦਇਆਨੰਦ ਸਰਸਵਤੀ ਦੀ ਆਰੀਆ ਸਮਾਜੀ ਲਹਿਰ ਬੰਬੇ ਤੋਂ ਖੜੀ ਹੁੰਦੀ ਹੈ, ਉਸੇ ਸਮੇਂ ਖੜੀ ਹੁੰਦੀ ਹੈ। ਅਗਰ ਕਿਸੇ ਨੂੰ ਇਹਨਾਂ ਚੀਜ਼ਾਂ ਦਾ ਨਹੀਂ ਪਤਾ ਤਾਂ ਉਹ ਬਾਬਾ ਸਾਹਿਬ ਅੰਬੇਡਕਰ ਤੱਕ ਕਿਵੇਂ ਜਾਏਗਾ? ਬਾਬਾ ਸਾਹਿਬ ਅੰਬੇਡਕਰ ਤਾਂ ਲਹਿਰ ਦਾ ਕੰਬੀਨੇਸ਼ਨ ਹੈ, ਭਾਰਤ ਦੀ ਸਮੁੱਚੀ ਲਹਿਰ ਦਾ ਕੰਬੀਨੇਸ਼ਨ ਬਾਬਾ ਸਾਹਿਬ ਅੰਬੇਡਕਰ ਹੈ। ਤੁਸੀਂ ਉਹਦੇ ਕੰਬੀਨੇਸ਼ਨ ਨੂੰ, ਉਹਦੀ ਸਮੁੱਚਤਾ ਨੂੰ ਕਿਵੇਂ ਸਮਝੋਗੇ? ਅਗਰ ਤੁਹਾਨੂੰ ਲਹਿਰਾਂ ਦਾ ਅਲੱਗ-ਅਲੱਗ ਨਹੀਂ ਪਤਾ ਤੇ ਤੁਹਾਨੂੰ ਇਹ ਨਹੀਂ ਪਤਾ ਕਿ ਬ੍ਰਾਹਮਣ ਨੇ, ਦਇਆਨੰਦ ਸਰਸਵਤੀ ਨੇ ਆਰੀਆ ਸਮਾਜ ਲਹਿਰ ਜਿਹੜੀ ਹੈ ਉਹ ਇਸ ਕਰਕੇ ਖੜੀ ਕੀਤੀ ਕਿ ਮਹਾਰਾਸ਼ਟਰ ਦੇ ਵਿੱਚ ਜੋਤੀਰਾਓ ਫੂਲੇ ਦੀ ਮੂਵਮੈਂਟ ਨੂੰ ਜਿਹੜਾ ਬਰਬਾਦ ਕੀਤਾ ਜਾਏ ਔਰ ਪੰਜਾਬ ਦੇ ਵਿੱਚ ਸਿੱਖ ਲਹਿਰ ਹੈ ਜਿਹੜੀ
ਜਿਹੜੀ ਬ੍ਰਾਹਮਣਵਾਦ ਦੇ ਖਿਲਾਫ ਖੜੀ ਹੋਈ ਹੈ ਦੁਬਾਰਾ ਉਹਨੂੰ ਖਤਮ ਕੀਤਾ ਜਾਏ, ਇਸ ਕਰਕੇ ਆਰੀਆ ਸਮਾਜ ਦੀ ਨੀਂਹ ਰੱਖੀ ਗਈ। ਇਹ ਕਿਉਂ ਰੱਖੀ ਗਈ? ਕਿਉਂਕਿ ਦਾਦਾ ਸਾਹਿਬ ਨੇ ਬੜੇ ਸਾਫ਼ ਸ਼ਬਦਾਂ 'ਚ ਲਿਖਿਆ ਕਿ ਵੇਦ ਸਾਡੀ ਗੁਲਾਮੀ ਦਾ ਕਾਰਨ ਹੈ। ਵੇਦ ਆਰੀਆਂ ਨੇ ਲਿਖੇ, ਰਿਗਵੇਦ ਦੇ ਵਿੱਚ ਸਾਡੀ ਗੁਲਾਮੀ ਦਾ ਜ਼ਿਕਰ ਹੈ, ਆਰੀਆ ਦੀਆਂ ਜਿੱਤਾਂ ਦਾ ਜ਼ਿਕਰ ਹੈ। ਜਿਹੜੇ ਲੋਕ ਵੇਦਾਂ 'ਚ ਭਰੋਸਾ ਕਰਦੇ ਆ ਉਹ ਦੋ ਤਰ੍ਹਾਂ ਦੇ ਲੋਕ ਹੈ, ਇੱਕ ਬ੍ਰਾਹਮਣ, ਛਤਰੀ, ਵੈਸ਼ ਔਰ ਦੂਸਰੇ ਸ਼ੂਦਰ ਲੋਕ। ਤੇ ਜਦੋਂ ਤੱਕ ਸ਼ੂਦਰ ਲੋਕ ਵੇਦਾਂ 'ਚ ਭਰੋਸਾ ਕਰਨਗੇ ਉਹਨਾਂ ਦੀ ਗੁਲਾਮੀ ਖਤਮ ਨਹੀਂ ਹੋਏਗੀ। ਇਸ ਕਰਕੇ ਵੇਦਾਂ ਦੇ ਵਿੱਚ ਭਰੋਸਾ ਨਹੀਂ ਹੋਣਾ ਚਾਹੀਦਾ, ਉਹਨਾਂ ਨੂੰ ਵਿਦਿਆ ਦੇ ਵਿੱਚ ਤੇ ਗਿਆਨ 'ਚ ਭਰੋਸਾ ਹੋਣਾ ਚਾਹੀਦਾ ਹੈ, ਔਰ ਆਪਣੇ ਮਹਾਂਪੁਰਖਿਆਂ ਦੇ ਉੱਤੇ ਭਰੋਸਾ ਹੋਣਾ ਚਾਹੀਦਾ ਹੈ, ਔਰ ਉਹਨਾਂ ਨੂੰ ਅੰਗਰੇਜ਼ੀ ਰਾਜ ਦੇ ਵਿੱਚ ਬ੍ਰਾਹਮਣ ਤੋਂ ਮੁਕਤੀ ਪਾ ਲੈਣੀ ਚਾਹੀਦੀ ਹੈ। ਇਹ ਵੇਦ ਸ਼ਸਤਰਾਂ ਤੋਂ ਮੁਕਤੀ ਪਾ ਲੈਣੀ ਚਾਹੀਦੀ ਹੈ। ਇਹ ਗੱਲ ਬ੍ਰਾਹਮਣ ਨੂੰ ਸਮਝ ਲੱਗ ਗਈ, ਸ਼ੂਦਰਾਂ ਨੂੰ ਸਮਝ ਨਹੀਂ ਲੱਗੀ। ਇਸ ਤੋਂ ਪਹਿਲਾਂ ਕਿ ਸ਼ੂਦਰ ਖੜੇ ਹੁੰਦੇ, ਸ਼ੂਦਰਾਂ ਦੀ ਇੱਕ ਬਹੁਤ ਵੱਡੀ ਲਹਿਰ ਖੜੀ ਹੁੰਦੀ, ਗੁਲਾਮਾਂ ਦੀ ਇੱਕ ਬਹੁਤ ਵੱਡੀ ਲਹਿਰ ਖੜੀ ਹੁੰਦੀ। ਹੋਇਆ ਕੀ ਕਿ ਬ੍ਰਾਹਮਣਾਂ ਨੇ ਆਰੀਆ ਸਮਾਜ ਦੀ ਲਹਿਰ ਖੜੀ ਕਰ ਲਈ, ਔਰ ਉਹਦੇ ਵਿੱਚ ਖਸ਼ਤਰੀ ਤੇ ਵੈਸ਼ ਬਰਾਬਰ ਦੇ ਭਾਈਵਾਲ ਬਣ ਕੇ ਇੱਕ ਸੰਗਠਨ ਦੇ ਰੂਪ ਸਾਹਮਣੇ ਆਏ, ਜਿਨ੍ਹਾਂ ਨੇ ਮਹਾਰਾਸ਼ਟਰ ਨੂੰ ਇਸ ਕਰਕੇ ਘੇਰਿਆ ਕਿਉਂਕਿ ਉੱਥੇ ਜੋਤੀਰਾਓ ਫੂਲੇ ਦੀ ਲਹਿਰ ਨੂੰ ਖਤਮ ਕਰਨਾ ਹੈ। ਪੰਜਾਬ ਨੂੰ ਇਸ ਕਰਕੇ ਘੇਰਿਆ ਕਿਉਂਕਿ ਸਿੱਖ ਲਹਿਰ ਦੁਬਾਰਾ ਖੜੀ ਹੋ ਰਹੀ ਸੀ, ਔਰ ਲਹਿਰ ਖੜੀ ਵੀ ਦੋ ਦਲਿਤਾਂ ਦੇ ਰੂਪ 'ਚ, ਸ਼ੂਦਰਾਂ ਦੇ ਰੂਪ 'ਚ, ਜਿਨ੍ਹਾਂ ਨੂੰ ਇੱਕ ਅੰਗਰੇਜ਼ੀ ਕਾਲਜ ਦੇ ਵਿੱਚ ਪ੍ਰੋਫੈਸਰ ਬਣਨ ਦਾ ਮੌਕਾ ਮਿਲਿਆ। ਇਹ ਸਾਰੀਆਂ ਗੱਲਾਂ ਧਿਆਨ 'ਚ ਰੱਖ ਕੇ ਦਇਆਨੰਦ ਸਰਸਵਤੀ ਨੇ ਪੰਜਾਬ ਅਤੇ ਮਹਾਰਾਸ਼ਟਰ ਨੂੰ ਆਪਣਾ ਨਿਸ਼ਾਨਾ ਬਣਾਇਆ। ਦਾਦਾ ਸਾਹਿਬ ਜੋਤੀਰਾਓ ਫੂਲੇ 94 ਤੱਕ 1894 ਤੱਕ ਜੀਵਤ ਰਹੇ ਨਾ, 1891 ਤੱਕ ਜੀਵਤ ਰਹੇ, ਔਰ ਉਹਨਾਂ ਨੂੰ ਆਪਣਾ ਜੀਵਨ ਨਿਰਵਾਹ ਕਰਨ ਵਾਸਤੇ ਦੂਸਰੀਆਂ ਸੰਸਥਾਵਾਂ ਦੇ ਵਿੱਚ ਉਜਰਤ ਤੇ ਕੰਮ ਕਰਨਾ ਪਿਆ। ਔਰ ਦਾਦੀ ਮਾਂ ਜਦੋਂ ਜੋਤੀਰਾਓ ਫੂਲੇ ਸੰਸਾਰ ਤੋਂ ਚਲੇ ਗਏ, ਸਾਡੀ ਦਾਦੀ ਮਾਂ ਨੇ ਜੋਤੀਰਾਓ ਫੂਲੇ ਦੀ ਲਹਿਰ ਨੂੰ, ਆਪਣੀ ਸਮਾਜਿਕ ਲਹਿਰ ਨੂੰ, ਬ੍ਰਾਹਮਣਵਾਦ ਤੋਂ ਮੁਕਤੀ ਦੀ ਲਹਿਰ ਨੂੰ ਉਹ ਲਗਾਤਾਰ ਚਲਾਉਂਦੇ ਰਹੇ। ਔਰ ਇਸੇ ਦੌਰਾਨ 1887 ਚ ਜਦੋਂ ਆਰੀਆ ਸਮਾਜ ਆਪਣੇ ਪੈਰ ਜਮਾਉਣ ਲੱਗਿਆ ਤਾਂ ਕੋਲਾਪੁਰ ਦੀ ਰਿਆਸਤ ਦੇ ਰਾਜਾ ਸ਼ਾਹੂ ਛਤਰਪਤੀ ਦਾ ਜਿਹੜਾ ਗੱਦੀ, ਉਹਨਾਂ ਦੀ ਗੱਦੀ ਸਥਾਪਿਤ ਹੋਈ, ਉਹਨਾਂ ਦਾ ਰਾਜਾ ਬਣਨਾ ਤੈਅ ਹੋਇਆ। ਉਹਨਾਂ ਨੇ ਜੋ ਕੀਤਾ ਉਹ ਤੁਹਾਡੇ ਸਾਹਮਣੇ ਆ, ਜੋ ਅਸੀਂ ਚਰਚਾ ਕਰ ਚੁੱਕੇ ਹਾਂ। ਪਰ ਦੇਖਣਾ ਇਹ ਕਿ ਇਸ ਸਾਰੀ ਲਹਿਰ ਦੇ ਵਿੱਚੋਂ ਇੱਕ ਹੋਰ ਕਾਂਡ ਵਾਪਰਦਾ ਹੈ ਕਿ ਸੂਬੇਦਾਰ ਰਾਮਜੀ ਰਾਓ ਅੰਗਰੇਜ਼ਾਂ ਦੀ ਫੌਜ ਦੇ ਵਿੱਚ ਪਹਿਲਾਂ ਸੂਬੇਦਾਰ ਬਣਦੇ ਆ, ਔਰ ਫਿਰ ਇੱਕ ਸਕੂਲ ਦੇ ਹੈਡਮਾਸਟਰ ਬਣਦੇ ਆ। ਕਿਉਂਕਿ ਡਾਕਟਰ ਅੰਬੇਡਕਰ, ਜਿਨ੍ਹਾਂ ਨੂੰ ਅਸੀਂ ਭੀਮ ਕਹਿ ਸਕਦੇ ਹਾਂ, ਇਹ 14ਵੇਂ ਬੱਚੇ ਸੀ ਔਰ ਆਖਰੀ ਬੱਚੇ ਸੀ। ਇਸ ਕਰਕੇ ਉਹ
पिता दे नाल ज़्यादा रहे, बाकियां दी कुछ मौत हुई जां जिस तरह उहदे ते असीं नहीं जावांगे, कुछ भरा बचे, तो भीम राव नूं स्कूल पढ़न का मौका मिलिया। स्कूल पढ़न का मौका मिलिया, वो जिहे जे भी हालात सी, जदों ही बाबा साहब ने जानी भीम राव ने 10वीं पास की, तो उन्होंने प्रिंसीपल ने भगवान बुद्ध के जीवन ते पुस्तक भेंट की खुशी च। ये बहुत वड्डा कांड आ उन्होंने जीवन का। जानी एक अछूत बच्चे दे 10वीं पास करने तो बाद उहदे सन्मान विच बकायदा मीटिंग की गई और भीम राव नूं जिहड़ी पुस्तक भेंट की गई वो भगवान बुद्ध के जीवन ते सी। इस तो बाद वो 16वीं पास करते हैं, फिर वो सैया जी महाराज दे नेड़े हुंदे आ, वजीफा मिलता है, पढ़न जाते हैं, और सब तो ज़्यादा ध्यान शाहू महाराज रखते हैं। शाहू महाराज का ते सैया जी महाराज का फर्क की है कि सैया जी महाराज बहुत खुश होंगे है जदों अंबेडकर नवी जमात पास करके उन्होंने को संदेश पहुँचता है ਜਾਂ ਸੁਨੇਹਾ पहुँचता है कि अज अंबेडकर ने फलानी जमात पास कर ली। पर सैया जी महाराज के दरबार दे विच ब्राह्मणों का इन्ना कब्जा है कि उसका मुकाबला नहीं कर सकते हो। शाहू महाराज ने गद्दी ते बैठण तो तुरंत बाद ब्राह्मणों नूं ये कहना शुरू कर दिता सी कि या तो मेरा हुक्म मन के चलो, वरना बोरिया बिस्तरा गोल करो और रियासत चो बाहर चले जाओ। तुसी शाहू छत्रपति दे हुक्मनामे पढ़ोगे जिहड़े उन्होंने जारी किए है, मैं बहुत हैरान हुन्ना उन्हां ते कि इन्नी जुरत इन्ना हौसला शाहू महाराज च कि वो लिख के हुक्म जारी करते सी कि यह हुक्म अज तो लागू हुंदा है। अगर किसी नूं मेरा हुक्म पसंद नहीं है, अगर किसी नूं इहदे च कोई अड़िचण है, अगर कोई इहनूं लागू करन दे विच मुश्किल महसूस करता है, तो मैं उन्होंने सुधरन का मौका दिंदा हाँ। अगर फिर भी वह सुधरता नहीं है तो मेरा यह हुक्म है कि वह रियासत नूं छड्ड के चला जाए। इत्थों तक हुक्मनामे जारी किए। और शाहू महाराज बाबा साहब अंबेडकर कोले आप जाया करते सी। एक बहुत बड़ी गल देखो, जानी बाबा साहब खुद ना शाहू महाराज खुद अंबेडकर नूं मिलने जाते, अंबेडकर नाल गल्लां करते, और अंबेडकर दे विचों एक महान क्रांति देखते। और वो बाबा साहब दे दियां उन्हां दियां जरूरतां पूरियां करते। उन्होंने 5000 रुपया उन्होंने वास्ते बाबा साहब की पढ़ाई वास्ते रखा दिता, और 1922 दे विच जाके बाबा साहब अंबेडकर नूं भारत के बहुजन का नेता ऐलान कर दिता। मित्रों, जदों मैं शाहू महाराज की जीवन ते संघर्ष पढ़ रहा सी, अंग्रेजी दे विच अज तो कोई 27-28 साल पहला की गल है। 27-28 साल पहला मैं जदों शाहू महाराज ते उन्होंने जीवन बारे, उन्होंने संघर्ष बारे पढ़ रहा सी, अंग्रेजी की पुस्तक, और जब उन्होंने मौत हुंदी है तो तुसीं सच जाणिओ, मैथों बर्दाश्त नहीं सी होया
ਉਹਨਾਂ ਦਾ ਮਰਨਾ। ਬਹੁਤ ਦਿਨਾਂ ਤੱਕ ਉਦਾਸ ਰਿਹਾ ਸੀ ਮੈਂ। ਹੁਣ ਵੀ ਜਦੋਂ ਮੈਂ ਬੋਲ ਰਿਹਾ, ਉਹਨਾਂ ਨੂੰ ਯਾਦ ਕਰ ਰਿਹਾ, ਉਹਨਾਂ ਨੇ ਮੌਤ ਦੇ ਆਖਰੀ ਦਿਨ ਨੂੰ ਯਾਦ ਕਰ ਰਿਹਾ, ਤਾਂ ਮੇਰਾ ਮਨ ਭਰਿਆ ਹੋਇਆ, ਮੇਰੀਆਂ ਅੱਖਾਂ ਭਰ ਆਉਂਦੀਆਂ ਉਹਨਾਂ ਨੂੰ ਯਾਦ ਕਰਕੇ। ਉਹਨਾਂ ਦੀ ਮੌਤ ਨੂੰ ਮੈਂ ਬਰਦਾਸ਼ਤ ਨਹੀਂ ਕੀਤਾ, ਅੱਜ ਤੱਕ ਮੈਂ ਬਰਦਾਸ਼ਤ ਨਹੀਂ ਕੀਤਾ। ਸਮਰਾਟ ਅਸ਼ੋਕ ਤੋਂ ਬਾਅਦ ਬਸ ਸ਼ਾਹੂ ਮਹਾਰਾਜ ਇੱਕ ਐਸੇ ਰਾਜਾ ਸਾਡੇ ਜਿਨ੍ਹਾਂ ਨੇ ਸਾਡੇ ਜੀਵਨ ਨੂੰ ਬਦਲਣ ਵਾਸਤੇ ਪੂਰਾ ਰਾਜ ਪਾਠ ਲੋਕਾਂ ਤੇ ਕੁਰਬਾਨ ਕਰਤਾ। ਇੱਕ ਵਾਰ ਮਹਾਰਾਸ਼ਟਰ 'ਚ ਕਾਲ ਪਿਆ, ਸ਼ਾਹੂ ਮਹਾਰਾਜ ਨੇ ਐਲਾਨ ਕੀਤਾ ਕਿ ਸਾਰੇ ਕਿਸਾਨ ਆਪਣੇ ਪਸ਼ੂ ਆ ਜਿਹੜੇ, ਉਹਨਾਂ ਵਾਸਤੇ ਜਿਹੜਾ ਚਾਰਾ ਲੈ ਕੇ ਜਾਣਗੇ ਉਹ ਰਾਜ ਦਰਬਾਰ ਵੱਲੋਂ ਦਿੱਤਾ ਜਾਏਗਾ। ਜਦੋਂ ਤੱਕ ਕਾਲ ਖਤਮ ਨਹੀਂ ਹੋ ਜਾਂਦਾ ਤਾਂ ਜਿਨ੍ਹਾਂ ਕੋਲ ਖਾਣ ਪੀਣ ਦਾ ਕੋਈ ਬੰਦੋਬਸਤ ਨਹੀਂ ਹੈ, ਉਹਨਾਂ ਦੀ ਰੋਟੀ ਦਾ ਬੰਦੋਬਸਤ, ਉਹਨਾਂ ਦੇ ਖਾਣੇ ਦਾ ਬੰਦੋਬਸਤ ਰਾਜ ਦਰਬਾਰ ਵੱਲੋਂ ਕੀਤਾ ਜਾਏਗਾ। ਜਾਣੀ ਉਹਨਾਂ ਨੇ ਪਸ਼ੂਆਂ ਨੂੰ ਵੀ ਸੰਭਾਲਿਆ, ਲੋਕਾਂ ਨੂੰ ਵੀ ਸੰਭਾਲਿਆ, ਮਰਨ ਨਹੀਂ ਦਿੱਤਾ। ਔਰ ਉਹਨਾਂ ਨੇ ਕਿਹਾ ਕਿ ਰਾਜ ਦਰਬਾਰ ਤੁਹਾਡਾ ਹੈ, ਮੇਰਾ ਨਹੀਂ ਹੈ, ਇਹ ਤੁਹਾਡੇ ਕਰਕੇ ਚੱਲ ਰਿਹਾ, ਤੁਹਾਡੇ ਕਰਕੇ ਬਣਿਆ ਹੈ, ਇਹ ਤੁਹਾਡੀ ਦੌਲਤ ਹੈ ਸਾਰੀ। ਅਗਰ ਤੁਹਾਡੀ ਦੌਲਤ ਤੁਹਾਡੇ ਤੇ ਲੱਗੇਗੀ ਤਾਂ ਮੇਰੇ ਤੋਂ ਵੱਧ ਖੁਸ਼ ਨਸੀਬ ਆਦਮੀ ਕੌਣ ਹੋਏਗਾ। ਭਾਰਤ ਦੀ ਧਰਤੀ ਦੇ ਉੱਤੇ ਪਹਿਲੀ ਵਾਰ ਡੈਮ ਜਿਹੜਾ ਹੈ ਉਹਦੀ ਸਥਾਪਨਾ ਸ਼ਾਹੂ ਮਹਾਰਾਜ ਨੇ ਕੀਤੀ। ਸ਼ਾਹੂ ਮਹਾਰਾਜ ਦੇ ਜਾਣ ਤੋਂ ਬਾਅਦ ਬਾਬਾ ਸਾਹਿਬ ਡਾਕਟਰ ਅੰਬੇਡਕਰ ਜਦੋਂ ਮੰਤਰੀ ਬਣੇ, ਇਹ ਜਿਹੜੀ ਭਾਖੜਾ ਡੈਮ ਯੋਜਨਾ ਹੈ, ਇਹਦੇ 'ਚ ਬਾਬਾ ਸਾਹਿਬ ਦਾ ਬਹੁਤ ਵੱਡਾ ਹੱਥ ਹੈ। ਸ਼ਾਹੂ ਮਹਾਰਾਜ ਨੇ ਆਪਣੀ ਰਿਆਸਤ ਦੇ ਵਿੱਚ ਤਲਾਅ ਬਣਾਏ ਤਾਂ ਕਿ ਖੇਤਾਂ ਨੂੰ ਪਾਣੀ ਮਿਲ ਸਕੇ ਔਰ ਕਦੇ ਦੁਬਾਰਾ ਅਕਾਲ ਨਾ ਪਵੇ। ਇਹ ਸ਼ਾਹੂ ਮਹਾਰਾਜ ਹੀ ਸੀ ਜਿਨ੍ਹਾਂ ਨੇ ਪ੍ਰਾਇਮਰੀ ਲਾਜ਼ਮੀ ਸਿੱਖਿਆ ਲਾਜ਼ਮੀ ਲਾਗੂ ਕੀਤੀ। ਔਰ ਇਹ ਸ਼ਾਹੂ ਮਹਾਰਾਜ ਸੀ ਜਿਨ੍ਹਾਂ ਨੇ ਇੱਕ ਹੁਕਮ ਜਾਰੀ ਕੀਤਾ ਕਿ ਅੱਜ ਤੋਂ ਬਾਅਦ ਮੇਰੇ ਸੂਬੇ ਦੇ ਸਾਰੇ ਹਸਪਤਾਲਾਂ 'ਚ ਸਭ ਤੋਂ ਪਹਿਲਾਂ ਇਲਾਜ ਅਛੂਤਾਂ ਦਾ ਕੀਤਾ ਜਾਏਗਾ। ਮੇਰੀ ਰਿਆਸਤ ਦਾ ਕੋਈ ਵੀ ਡਾਕਟਰ ਅਗਰ ਇਹ ਤੋਂ ਆਨਾਕਾਨੀ ਕਰੇਗਾ, ਹੁਕਮ ਦੀ ਅਦੂਲੀ ਕਰੇਗਾ, ਤਾਂ ਉਹਨੂੰ ਇੱਕ ਵਾਰੀ ਸੁਧਰਨ ਦਾ ਮੌਕਾ ਦਿੱਤਾ ਜਾਏਗਾ। ਅਗਰ ਉਹ ਨਹੀਂ ਸੁਧਰਦਾ ਤਾਂ ਇਹ ਅੱਜ ਹੀ ਹੁਕਮ ਜਾਰੀ ਕੀਤਾ ਜਾਂਦਾ ਹੈ ਕਿ ਉਹ ਰਿਆਸਤ ਨੂੰ ਛੱਡ ਕੇ ਚਲਾ ਜਾਏ। ਐਸੇ ਮਨੁੱਖ ਦਾ ਮਰਨਾ ਬਰਦਾਸ਼ਤ ਕਿਵੇਂ ਕੀਤਾ ਜਾ ਸਕਦਾ ਹੈ? ਔਰ ਉਹ ਮਨੁੱਖ ਜਿਹੜਾ ਮਰਨ ਤੋਂ ਪਹਿਲਾਂ ਡਾਕਟਰ ਅੰਬੇਡਕਰ ਨੂੰ ਖੜਾ ਕਰਕੇ ਇਹ ਕਹੇ ਕਿ ਇਹ ਆਦਮੀ, ਇਹ ਜਵਾਨ ਤੁਹਾਡੀ ਗੁਲਾਮੀ ਦੀਆਂ ਜੰਜੀਰਾਂ ਤੋੜ ਦੇਗਾ, ਇਹ ਭਰੋਸਾ ਹੈ ਮੇਰਾ, ਤੇ ਉਹਨੂੰ ਤੁਹਾਡੇ ਪੂਰੇ ਬਹੁਜਨ ਦੇ ਨੇਤਾ ਬਣਾ ਕੇ ਬ੍ਰਾਹਮਣਾਂ ਦੇ ਬਰਾਬਰ ਖੜੇ ਕਰ ਦਿੰਦੇ ਆ। ਇਹ ਕੋਈ ਛੋਟੀ ਘਟਨਾ ਨਹੀਂ ਹੈ, ਇਹ ਛੋਟੀ ਘਟਨਾ ਨਹੀਂ ਹੈ। ਇੱਕ ਪਾਸੇ ਸ਼ਾਹੂ ਮਹਾਰਾਜ ਹੈ, ਸਯਾਜੀ ਮਹਾਰਾਜ ਹੈ, ਔਰ ਦੂਜੇ ਪਾਸੇ ਦਇਆਨੰਦ ਸਰਸਵਤੀ ਗੁਜਰਾਤ ਦਾ ਬ੍ਰਾਹਮਣ ਤੇ ਉਹਦੀ ਆਰੀਆ ਸਮਾਜ ਦੀ ਲਹਿਰ ਹੈ ਜਿਹੜੀ ਬ੍ਰਾਹਮਣਵਾਦ ਨੂੰ ਬਚਾਉਣ ਵਾਸਤੇ ਖੜੀ ਹੋਈ ਹੈ, ਜਿਹੜੀ ਦਲਿਤ ਮੂਵਮੈਂਟ ਨੂੰ, ਜਿਹੜੀ ਬਹੁਜਨ ਦੀ ਲਹਿਰਾਂ ਨੂੰ ਖਤਮ ਕਰਨ ਵਾਸਤੇ ਖੜੀ ਹੋਈ ਹੈ। ਜਿਨ੍ਹਾਂ ਲੋਕਾਂ ਨੂੰ ਦਾਦਾ ਸਾਹਿਬ ਜੋਤੀਰਾਓ ਫੂਲੇ ਨੇ, ਸ਼ਾਹੂ ਮਹਾਰਾਜ ਨੇ
और ये बाबा साहब ने वेदां शास्त्रां तो पासे कीता, लांभे कीता, गुलामी तो मुक्त किया, ब्राह्मण की गुलामी तो छुटकारा दवाया, उन्होंने मुड़ के गुलामी नाल नोड़न वास्ते आर्या समाज की लहर खड़ी हुई। बहुत जल्दी मैं दयानंद सरस्वती का सत्यार्थ प्रकाश ग्रंथ पढ़न वाला है, और उन्होंने पढ़न तो बाद मैं सारिया हकीकतां बयान करांगा। आर्या समाज ते अजे मैं जिक्र नहीं कर रहा कोई, सिर्फ तुहानू दस रहा है कि ब्राह्मण कदे तुहानू किसी भी कदम ते मुक्ति देने वास्ते तैयार नहीं हुंदा। जदों तुसीं गुलामी तो निकलदे हो तो वो अनेक तरह दी लहरां खड़ियां करके तुहानू अपने चुंगल च ले लैंदा है, अपने वलगण च ले लैंदा। तुहानू समझ नहीं लगती, थोड़ी समझ तो सब बाहर हुंदा है। क्यों? क्योंकि तुसीं महापुरुषां नू अपणिआं नू कदे साथ नहीं दिता, कदे उन्हां दे नाल नहीं खड़े। बड़े मुट्ठी पर लोग उन्हां दे नाल खड़दे आ, बाकी सारा समाज उन्हां नाल दुश्मनी करते लग्या रहिंदा है। इस करके असीं हार जांदे आ, और सानू गुलामी देने वाला समाज हमेशा जितदा है, क्योंकि असीं उहदा साथ दिंदे आ। असीं अपनी गुलामी के खिलाफ उन्होंने साथ दिंदे आ, उन्होंने गलों गुलामी लाउंदे नहीं है, गुलामी पैदा करने वाले का साथ दिंदे आ। ते जिहड़े गुलामी तोड़न वास्ते साडी खातर लड़दे आ, उन्होंने असीं कदे फुट्टी अख भी पसंद नहीं करिया। जदों मैं बाबा साहब के जीवन ते उन्होंने संघर्ष ते ये 14 दिन का अपना प्रण थोड़े नाल कीता है कि मैं बोलांगा, तो मेरा मकसद सिर्फ ये है कि मैं उन्हां वड्डियां घटनावां बारे तुहानूं जानकारी दें, जिहड़ियां घटनावां तुसीं बहुती बार पढ़दे नहीं, जे पढ़दे हो तो तुहानूं उहदी बुनियादी समझ नहीं हुंदी ते तुसीं याद नहीं रखते। इस करके अज मैं चौथे भाग दे विच तुहाडे सामने ये विचार रखे है, और कल मैं अगले भाग पंजवें च बाबा साहब दे जीवन दे नाल नाल बाकी घटनावां दा जिक्र करांगा। जय भीम, जय भारत, नमो बुद्धा।